ਵਾਹਿਗੁਰੂ 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 ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਭੋ ਬਿਕਮ ਨਦੀ ਜਾਇ ਤਰਨੀ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਦਰਿਆ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨ ਭਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨ ਭਰਿਆ ਰੇ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰ ਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ। ਮੂਕ ਉਚਰ ਸ਼ਾਸਤਰ ਖਟ ਪਿੰਗ ਗਰਨ ਚੜ ਜਾਏ ਅੰਧ ਲਖੈ ਬਦਰੋ ਸੁਨ ਜੋ ਕਾਲ ਕਿਰਪਾ ਕਰਾਏ। ਅੰਧ ਲਖੈ ਬਦਰੋ ਸੁਨ ਜੋ ਕਾਲ ਕਿਰਪਾ ਕਰਾਏ। ਸੋ ਕਹੋ ਟਲ ਗੁਰ ਸੇਵੀ ਅਹਨਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ। ਤੀਰਥ ਤਪ ਦਇਆ ਦਤ ਦਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਜਿਨ੍ਹਾਂ ਵੀ ਮਾਈ ਪਾਈ ਅੰਮ੍ਰਿਤ ਵੇਲਾ ਸੱਚ ਨੌ ਵਡਿਆਈ ਵਿਚਾਰ ਦੇ ਰੂਪ ਦੇ ਅੰਦਰ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸ੍ਰੀ ਜਪਜੀ ਸਾਹਿਬ ਸੁਖਮਨੀ ਸਾਹਿਬ ਜੀ ਦੇ ਅੰਮ੍ਰਿਤ ਪਾਠ ਪ੍ਰਭੂ ਕਾ ਸਿਮਰਨ ਸਭ ਤੇ ਉੱਚਾ ਪਰਮਾਤਮਾ ਦੀ ਯਾਦ ਪਰਮਾਤਮਾ ਦੇ ਸਿਮਰਨ ਦੇ ਨਾਲ ਜੁੜ ਰਹੇ ਹੋ ਭਾਗਾਂ ਵਾਲੇ ਹੋ। ਗੁਰੂ ਨਾਨਕ ਪਾਤਸ਼ਾਹ ਜੀ ਦੀ ਪ੍ਰਮੁੱਖ ਬਾਣੀ ਅੰਮ੍ਰਿਤ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ ਲੜੀਵਾਰ ਜੋ ਸਰਵਣ ਕਰ ਰਹੇ ਹੋ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਿਆਲਤਾ ਦਾ ਸਦਕਾ ਅਕਾਲ ਪੁਰਖ ਦਾ ਸਰੂਪ
ਅਕਾਲ ਪੁਰਖ ਦੀ ਪ੍ਰਾਪਤੀ, ਸਭ ਨਾਲੋਂ ਉੱਚਾ ਕਰਮ, ਸਭ ਨਾਲੋਂ ਉੱਚਾ ਧਰਮ ਕੀ ਹੈ? ਪਰਮਾਤਮਾ ਦੇ ਨਾਮ ਨੂੰ ਸੁਣਨ ਦਾ ਫਲ, ਪਰਮਾਤਮਾ ਦੇ ਨਾਮ ਨੂੰ ਮੰਨਣ ਦਾ ਫਲ, ਪਰਮਾਤਮਾ ਦੇ ਨਾਮ ਨੂੰ ਕਮਾਉਣ ਵਾਲਿਆਂ ਦੀ ਜੋ ਸਦਗਤੀ, ਉਹਨਾਂ ਦੀ ਪਹੁੰਚ, ਉਹਨਾਂ ਦਾ ਆਦਰ ਸਤਿਕਾਰ ਲੋਕ ਪਰਲੋਕ ਦੇ ਵਿੱਚ, ਇਹ ਪ੍ਰਸ਼ਨਾਂ ਦੇ ਉੱਤਰ ਪਿੱਛੇ ਆ ਚੁੱਕੇ ਹਨ। ਪਰਮਾਤਮਾ ਦੀ ਰਜ਼ਾ, ਵਾਹਿਗੁਰੂ ਦੀ ਰਜ਼ਾ, ਕਰਮਨ ਸਿਰ ਕਰਮ, ਧਰਮਨ ਸਿਰ ਧਰਮ ਕੀ ਹੈ? ਗੁਰਮਤਿ ਕੀ ਹੈ? ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਪਾਰ ਇਹ ਬਖਸ਼ਿਸ਼ ਕੀਤੀ ਹੈ। ਬਖਸ਼ਿਸ਼ ਬੜੀ ਗੋਹਜ ਬਾਣੀ ਹੈ, ਬੜੀ ਅਗੰਮੀ ਬਾਣੀ ਹੈ, ਮਹਿੰਗੀ ਬਾਣੀ ਹੈ, ਉੱਚੀ ਬਾਣੀ ਹੈ, ਜੋ ਇੱਕ ਨਿਤਨੇਮ ਦਾ ਹਿੱਸਾ ਹੈ, ਨਿਤਨੇਮ ਦੀ ਮੁੱਖ ਬਾਣੀ ਹੈ। ਸ੍ਰੀ ਜਪਜੀ ਸਾਹਿਬ ਵਿਚਾਰ ਇਸ ਕਰਕੇ ਕਰ ਰਹੇ ਹਾਂ ਕਿ ਸਾਨੂੰ ਇਸ ਬਾਣੀ ਦੀ ਥੋੜ੍ਹੀ ਵਿਚਾਰ, ਅਰਥ ਵਿਚਾਰ ਦਾ ਵੀ ਪਤਾ ਚੱਲੇ, ਹੋਰ ਵੱਧ ਮਨ ਜਿਹੜਾ ਹੈ ਲੱਗੇ ਕਿ ਬਾਣੀ ਕਿੰਨੀ ਡੂੰਘੀ ਹੈ। ਗੁਰੂ ਜੀ ਨੇ ਕਿਹੋ ਜਿਹੇ ਪ੍ਰਸ਼ਨਾਂ ਦੇ ਉੱਤਰ ਜਿਹੜੇ ਹਨ ਬਖਸ਼ਿਸ਼ ਕੀਤੇ ਹਨ। ਅਤੇ ਬਾਣੀ ਮੰਤਰ ਰੂਪ ਵਿੱਚ ਵੀ ਹੈ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਰੂਪ ਹੈ ਬਾਣੀ, ਗੁਰੂ ਬਾਣੀ ਰੂਪ ਹੈ, ਅਤੇ ਉਪਦੇਸ਼ ਗੁਰਬਾਣੀ ਕਹੈ ਸੇਵਕ ਜਨ ਮਾਨੈ, ਉਪਦੇਸ਼ ਵੀ ਹੈ ਸੰਸਾਰ ਵਾਸਤੇ, ਦੁਨੀਆ ਵਾਸਤੇ। ਸੋ ਇਸ ਕਰਕੇ ਬਹੁਤ ਸਾਰੇ ਗੁਰਮਤਿ ਦੇ ਜੋ ਸਿਧਾਂਤ ਨੇ ਉਹ ਸ੍ਰੀ ਜਪਜੀ ਸਾਹਿਬ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਵਰਣਨ ਕੀਤੇ ਹਨ। ਸੋਚੈ ਸੋਚ ਨਾ ਹੋਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਈ ਜੇ ਲਾਏ ਰਹਾ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਪਾਰ, ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲਾ ਨਾਲ, ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟਾ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਕੀ ਹੈ? ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਪਵਾਈ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਇ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਇ। ਉਸ ਪਰਮੇਸ਼ਵਰ ਦਾ ਜੋ ਹੁਕਮ ਹੈ, ਰਜ਼ਾ ਹੈ, ਉਹ ਕਿੰਨਾ ਗਹਿਰ ਗੰਭੀਰ। ਪਰਮਾਤਮਾ ਦਾ ਜੋ ਹੁਕਮ ਅਟਲ ਹੁਕਮ ਹੈ ਸਾਰੇ ਸੰਸਾਰ ਦੇ ਉੱਤੇ, ਉਸ ਦੀ ਰਜ਼ਾ। ਫਿਰ ਉਸ ਨੇ ਕਿੰਨੇ ਤਰ੍ਹਾਂ ਦੀ ਸ੍ਰਿਸ਼ਟੀ ਸਾਜੀ ਹੈ। ਅਸੰਖ ਜਪ, ਅਸੰਖ ਤਪ, ਅਸੰਖ ਜਪ, ਅਸੰਖ ਭਾਵ, ਅਸੰਖ ਪੂਜਾ, ਅਸੰਖ ਤਪਤਾਓ, ਅਸੰਖ ਗ੍ਰੰਥ ਮੁੱਖ ਵੇਦ ਪਾਠ। ਇਹੋ ਜਿਹੀ ਸ੍ਰਿਸ਼ਟੀ ਵੀ ਹੈ ਸ਼ਾਂਤਮਈ। ਇਹੋ ਜਿਹੀਆਂ ਧਰਤੀਆਂ ਵੀ ਹਨ, ਇਹੋ ਜਿਹੇ ਲੋਕ ਵੀ ਜਿੱਥੇ ਬ੍ਰਹਮ ਗਿਆਨੀ ਲੋਕ ਹੀ ਵਸਦੇ ਹਨ। ਇਹੋ ਜਿਹੀ ਦੁਨੀਆ ਵੀ ਹੈ ਜਿੱਥੇ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵਢੈ ਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਪਰਾਏ। ਇੱਕ ਇਨਸਾਨਾਂ ਦੀ ਦੁਨੀਆ ਹੈ। ਇੱਕ ਹੋਰ ਨੀਚ ਤੋਂ ਨੀਚ ਦੁਨੀਆ ਵੀ ਹੈ। ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਦਿਵ ਦ੍ਰਿਸ਼ਟੀ ਦੁਆਰਾ ਸੁਖਮਨੀ ਸਾਹਿਬ ਦੇ ਅੰਦਰ ਕਿੰਨੀ ਜਿਹੜੀ ਹੈ, ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਹਾਰੀ, ਕਈ ਕੋਟ ਪੈ ਤੀਰਥ ਵਾਸੀ, ਕਈ ਕੋਟ ਵਨ ਭਰਮੇ ਉਦਾਸੀ, ਕਈ ਕੋਟ ਰਾਜ ਤਾਮ ਸਾਧਕ ਸਾਤਕ, ਕਈ ਕਰੋੜ। ਸੋ ਗੁਰੂ ਮਹਾਰਾਜ ਜੀ ਨੇ ਇਹਨਾਂ ਸ੍ਰਿਸ਼ਟੀ ਦਾ ਵਰਣਨ ਕੀਤਾ ਹੈ, ਪਿੱਛੇ ਆ ਚੁੱਕਿਆ ਹੈ। ਫਿਰ ਪਰਮਾਤਮਾ ਦੇ ਨਾਮ, ਪਰਮਾਤਮਾ ਦੇ ਥਾਵਾਂ, ਅਸੰਖ ਨਾਮ, ਅਸੰਖ ਥਾਮ, ਅਗੰਮ ਅਗੰਮ ਅਸੰਖ ਲੋ, ਜੋ ਮਨ ਤੋਂ ਵੀ ਪਰੇ ਹੈ, ਸਰੀਰ ਤੋਂ ਵੀ ਪਰੇ ਹੈ।
ਅਤੇ ਅਸੰਖ ਅਣਗਿਣਤ ਹੀ ਜਿਸ ਦੇ ਲੋਕ ਜਿਹੜੇ ਹਨ ਕਰੋੜਾਂ ਬ੍ਰਹਮੰਡ ਸਾਜੇ ਹੋਏ ਹਨ। ਸੋ ਇਹ ਸਾਰੇ ਬੜੀ ਗਹਿਰ ਗੰਭੀਰ ਜਿਹੜੀ ਹੈ ਇਹ ਬਾਣੀ ਹੈ। ਸੋ ਜੋ ਅੱਗੇ ਵਿਚਾਰ ਆ ਰਹੀ ਹੈ, ਜਿੱਥੋਂ ਜੋ ਪਿੱਛੇ ਵਿਚਾਰ ਜੋ ਛੱਡੀ ਸੀ, ਅੱਗੇ ਜੋ ਹੈ ਵਿਚਾਰ ਹੈ ਉਹ ਸਰਵਣ ਕਰੋ ਮਨ ਚਿੱਤ ਇਕਾਗਰ ਕਰਕੇ। ਤੀਰਥ ਤਪ ਦਇਆ ਦਤ ਦਾਨ। ਗੁਰੂ ਮਹਾਰਾਜ ਜੀ ਨੇ ਪਿੱਛੇ ਦੱਸਤਾ, ਤੀਰਥ ਨਹਾਵਣ ਜਾਓ। ਤੀਰਥ ਨਾਮ ਹੈ ਤੀਰਥ ਨਹਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਾਏ ਕਰੀ। ਜੇਥੀ ਸਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਫਿਰ ਜੋ ਇਹ ਕਰਦੇ ਹਨ ਗੁਰੂ ਮਹਾਰਾਜ ਜੀ, ਕੀ ਫਲ ਮਿਲਦਾ ਹੈ? ਸਾਰੀ ਜ਼ਿੰਦਗੀ ਕਈਆਂ ਦੀ ਇਸ ਤਰ੍ਹਾਂ ਹੀ ਨਿਕਲ ਜਾਂਦੀ ਹੈ। ਵੀਰ ਜੀ ਮਹਾਰਾਜ ਨੇ ਵੀ, ਕਿਉਂਕਿ ਗੁਰਮਤਿ ਤਾਂ ਇੱਕ ਹੀ ਹੈ, ਭਗਤਾਂ ਦੀ ਮੱਤ ਇੱਕ ਹੀ ਹੈ, ਸਤਿਗੁਰਾਂ ਦੀ ਮੱਤ ਇੱਕੋ ਹੀ ਹੈ। ਗੰਗਾ ਤੀਰ ਜੋ ਕਰ ਕਰੈ ਪੀਵੈ ਨਿਰਮਲ ਨੀਰ, ਬਿਨ ਹਰ ਨਾਮ ਨਾ ਮੁਕਤ ਹੋਏ ਮੈਂ ਰਵੇ ਕਬੀਰ। ਕਿ ਤੀਰਥਾਂ ਦੇ ਕੰਢਿਆਂ 'ਤੇ ਜਾ ਕੇ ਵਸ ਜਾਓ ਭਾਵੇਂ, ਅਤੇ ਉਹੀ ਜਲ ਨੂੰ ਛਕੋ ਪੀਵੋ ਵੀ ਉਹੀ, ਪਰੰਤੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ ਹੈ। ਫਿਰ ਤੀਰਥ ਤਪ ਦਇਆ ਦਤ ਦਾਨ, ਦਾਨ ਕਰਨਾ ਤਪ ਕਰਨਾ, ਇਹਨਾਂ ਦਾ ਕੋਈ ਫਲ ਹੈ? ਬਿਨਾਂ ਸਿਮਰਨ ਤੋਂ ਬਿਨਾਂ ਨਾਮ ਤੋਂ ਇੰਨਾ ਕੁ ਫਲ ਹੈ। ਜੇ ਕੋ ਪਾਵੈ ਤਿਲ ਕਾ ਮਾਨ, ਥੋੜ੍ਹਾ ਜਿਹਾ ਤਿਲ ਜਿੰਨਾ ਕੁ ਮਾਨ ਵਡਿਆਈ ਪ੍ਰਾਪਤ ਹੋ ਜਾਂਦੀ ਹੈ। ਪਰੰਤੂ ਇੱਕ ਜੀਰੋ ਦੇ ਨਾਲ ਏਕਾ ਲੱਗ ਜਾਵੇ ਤਾਂ ਜੀਰੋ ਦੀ ਵੀ ਵੈਲਿਊ ਹੋ ਜਾਂਦੀ ਹੈ। ਏਕਾ ਨਾਮ ਹੈ ਪਰਮੇਸ਼ਰ ਦਾ, ਏਕਾ ਨਾਮ ਹੈ ਭਗਤੀ ਦਾ, ਇੱਕ ਨਾਮ ਹੈ ਪਰਮਾਤਮਾ ਦੇ ਨਾਮ ਦਾ। ਫਿਰ ਜਿਹੜੇ ਹਨ ਹੋਰ ਗੁਣ ਵੀ ਜਿਹੜੇ ਹਨ ਸਫਲੇ ਹੋ ਜਾਂਦੇ ਹਨ ਜੇ ਪਰਮਾਤਮਾ ਦਾ ਨਾਮ ਜਪਦੇ ਹਨ। ਪਰਮਾਤਮਾ ਦੀ ਭਗਤੀ ਤੋਂ ਬਿਨਾਂ ਸਭ ਜੀਰੋਆਂ ਨੇ। ਜੇ ਪਰਮਾਤਮਾ ਦਾ ਨਾਮ ਰੂਪ ਏਕਾ ਨਾਲ ਲੱਗ ਗਿਆ, ਫਿਰ ਦਾਨ ਪੁੰਨ ਕੀਤੇ ਸਾਰੇ ਸਫਲੇ ਹੋ ਜਾਣਗੇ। ਤੀਰਥਾਂ 'ਤੇ ਜਾਣਾ ਵੀ ਸਫਲਾ ਹੋ ਜਾਊਗਾ, ਤਪ ਕੀਤੇ ਸਫਲੇ ਹੋ ਜਾਣਗੇ। ਤਪ ਵੀ ਤਿੰਨ ਤਰ੍ਹਾਂ ਦਾ ਹੈ, ਰਜੋਗੁਣੀ, ਤਮੋਗੁਣੀ, ਸਤੋਗੁਣੀ। ਸਤੋਗੁਣੀ ਤਪ ਤਾਂ ਸਿਮਰਨ ਹੀ ਹੈ ਅਤੇ ਸੇਵਾ ਹੀ ਹੈ। ਦੂਸਰੇ ਤਪ ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਅਵਤਾਰ। ਪਰਮੇਸ਼ਰ ਦੀ ਸਿਮਰਨ ਰੂਪ ਤਪ ਜਿਹੜਾ ਹੈ ਉਹ ਤਾਂ ਗੁਰੂਆਂ ਨੇ ਵੀ ਕੀਤਾ ਹੈ। 9ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਸਾਰੇ ਸਤਿਗੁਰਾਂ ਨੇ ਕੀਤਾ, ਸਿੱਖ ਵੀ ਕਰਦੇ ਆਏ ਹਨ। ਸਾਧੂ ਰੂਪ ਸੰਤ ਰੂਪ ਕਰਦੇ ਆਏ ਨੇ, ਕਰਦੇ ਰਹਿਣਗੇ। ਉਸ ਦੀ ਨਿਖੇਧੀ ਨਹੀਂ ਹੈ। ਸੋ ਗੁਰੂ ਮਹਾਰਾਜ ਜੀ ਕਹਿੰਦੇ ਹਨ, ਤੀਰਥ ਤਪ ਦਇਆ ਦਤ ਦਾਨ। ਤੀਰਥਾਂ ਦੇ ਜਾਣਾ, ਇਸ਼ਨਾਨ ਕਰਨੇ, 68 ਤੀਰਥ ਸਗਲ ਪੂੰਜੀ ਦਇਆ ਪ੍ਰਵਾਨ। ਸੋ ਤੀਰਥ ਤਪ ਦਇਆ ਦਤ ਦਾਨ, ਦਾਨ ਆਦਿਕ ਦੇਣੇ, ਕਠਿਨ ਕਰਮ ਕਰਨੇ। ਤੀਰਥ ਤਪ ਦਇਆ ਦਤ ਦਾਨ, ਇਹ ਜਿਹੜੇ ਕਰਮ ਹਨ, ਜੇ ਕੋ ਪਾਵੈ ਤਿਲ ਕਾ ਮਾਨ। ਥੋੜ੍ਹਾ ਜਿਹਾ ਮਾਣ ਵਡਿਆਈ ਮਿਲ ਜਾਂਦੀ ਹੈ, ਇੱਥੇ ਮਿਲ ਸਕਦੀ, ਅੱਗੇ ਵੀ ਮਿਲ ਸਕਦੀ ਹੈ। ਕਰਮ ਕੀਤੇ ਨੇ ਸ੍ਰੇਸ਼ਟ ਕਰਮ, ਦੁਨੀਆ ਦੇ ਵਿੱਚ ਵਾਹ ਹੋ ਸਕਦੀ ਹੈ, ਇਸਦਾ ਥੋੜ੍ਹਾ ਹੀ ਫਲ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ। ਅਸਲ ਤੀਰਥ ਤਾਂ ਇਹੀ ਹੈ, ਜੋ ਪਰਮਾਤਮਾ ਦੇ ਨਾਮ ਨੂੰ ਸੁਣਨਾ, ਪਰਮਾਤਮਾ ਦੇ ਨਾਮ ਨੂੰ ਮਨ 'ਚ ਵਸਾਉਣਾ। ਸੁਣਿਆ ਮੰਨਿਆ ਮਨ ਕੀਤਾ ਭਾਉ, ਜਿਨ੍ਹਾਂ ਨੇ ਸੁਣ ਕੇ ਮੰਨਿਆ ਮਨ ਵਿੱਚ, ਅਤੇ ਮਨ ਕੀਤਾ ਭਾਉ, ਫਿਰ ਮੰਨ ਕੇ ਪਰਮਾਤਮਾ ਦੇ ਨਾਲ ਪਿਆਰ ਕੀਤਾ, ਪ੍ਰੇਮ ਕੀਤਾ। ਸੱਚ ਕੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਨ ਕੀਤਾ ਭਾਉ,
ਜਿਨ੍ਹਾਂ ਨੇ ਮਨ ਦੇ ਵਿੱਚ ਪਰਮਾਤਮਾ ਨਾਲ, ਪਰਮਾਤਮਾ ਦੇ ਨਾਮ ਦੇ ਨਾਲ ਪਿਆਰ ਕੀਤਾ। ਅੰਤਰਗਤ ਤੀਰਥ ਮਲ ਨਾਓ। ਇਹ ਅੰਤਰਗਤ ਜਿਹੜਾ ਅੰਤਸ਼ਕਰਨ ਦੇ ਵਿੱਚ ਆਪਣੇ ਹਿਰਦੇ ਦੇ ਵਿੱਚ ਹੈ, ਇਹੀ ਜਿਹੜਾ ਹੈ ਮਲ ਮਲ ਕੇ ਨਹਾਓ। ਇੱਥੇ ਪਾਠ ਥੋੜ੍ਹਾ ਜਿਹਾ ਨਾਓ ਨਹੀਂ ਕਰਨਾ, ਨਹਾਓ ਕਰਨਾ। ਅੰਤਰਗਤ ਤੀਰਥ ਮਲ ਨਹਾਓ। ਜਿਵੇਂ ਪਿਛਲੀ ਪੌੜੀ ਦੇ ਵਿੱਚ ਆ ਗਿਆ ਹੈ, ਪਰੀਆ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸੋਖ ਇਹ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈ ਆਓ ਤੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾ ਆਵੈ ਕੈ ਰੰਗ। ਜਿਹੜੀ ਮਨ ਵਿੱਚ, ਮਤ ਦੇ ਵਿੱਚ ਪਾਪਾਂ ਦੀ ਮੈਲ ਲੱਗੀ ਹੋਈ ਹੈ, ਉਹ ਪਰਮਾਤਮਾ ਦੇ ਨਾਮ ਦੇ ਨਾਲ ਉਤਰੇਗੀ। ਪਰ ਨਾਮ ਦਾ ਰੰਗ ਜਿਹੜਾ ਹੈ, ਪਰਮਾਤਮਾ ਦੇ ਨਾਮ ਦਾ ਪਿਆਰ ਪ੍ਰੇਮ ਰੰਗ ਜਦੋਂ ਚੜ੍ਹਦਾ, ਜਿਹੜੀ ਮਨ ਦੀ ਮੈਲ ਉਤਰਦੀ ਹੈ। ਸੋ ਗੁਰੂ ਜੀ ਕਹਿੰਦੇ ਹਨ, ਜਿਹੜਾ ਸੁਣ ਕੇ ਭਾਈ ਪਰਮਾਤਮਾ ਦੇ ਨਾਮ ਨੂੰ ਸੁਣ ਕੇ, ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਮੰਨਣਾ ਹੈ, ਫਿਰ ਪ੍ਰੇਮ ਕਰਨਾ, ਪਿਆਰ ਕਰਨਾ, ਭਗਤੀ ਕਰਨੀ ਹੈ, ਨਾਮ ਜਪਣਾ ਹੈ, ਕਮਾਉਣਾ ਹੈ। ਇਹੀ ਅੰਤਰਗਤ ਤੀਰਥ ਮਲਣਾ, ਇਹੀ ਆਪਣੇ ਅੰਤਰਗਤ ਜਿਹੜਾ ਹੈ ਮਲ ਮਲ ਕੇ ਨਹਾਉਣਾ ਹੈ, ਆਪਣੇ ਮਨ ਦੀ ਮੈਲ ਨੂੰ ਧੋਣਾ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਇ। ਫਿਰ ਇਸ ਤਰ੍ਹਾਂ ਬੇਨਤੀਆਂ ਕਰਨੀਆਂ ਹਨ। ਨਹੀਂ ਤਾਂ ਹੋਰ ਕਰਨ ਨੂੰ ਕਰ ਕਰਕੇ ਹੰਗਤਾ ਵੱਧ ਜਾਂਦੀ ਹੈ, ਪਰੰਤੂ ਜੇ ਕਰੋਗੇ ਫਿਰ ਨਿਮਰਤਾ ਆ ਜਾਵੇਗੀ। ਫਿਰ ਬੇਨਤੀਆਂ ਹੋਣਗੀਆਂ, ਪਰਮਾਤਮਾ ਅੱਗੇ ਬੇਨਤੀਆਂ ਕਰਨੀਆਂ। ਸਭ ਗੁਣ ਤੇਰੇ ਮੈਂ ਨਾਹੀ ਕੋਇ। ਹਉਮੈ ਨਹੀਂ ਧਾਰਨ ਕਰਨੀ ਹੈ, ਮੈਂ ਨਹੀਂ ਧਾਰਨ ਕਰਨੀ ਹੈ। ਬੇਨਤੀ ਕਰਨੀ ਹੈ, ਪ੍ਰਭੂ ਸਾਰੇ ਗੁਣ ਤੇਰੇ ਹੀ ਦਿੱਤੇ ਹੋਏ ਹਨ। ਸਭ ਗੁਣ ਤੇਰੇ ਮੈਂ ਨਾਹੀ ਕੋਇ। ਮੇਰੇ ਵਿੱਚ ਕੋਈ ਗੁਣ ਨਹੀਂ ਹੈ। ਮੈਂ ਨਾਹੀ ਪ੍ਰਭ ਸਭ ਕੁਛ ਤੇਰਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਜੇ ਇਹ ਜਿਹੜੇ ਗੁਣ ਨੇ, ਇਹ ਵਾਹਿਗੁਰੂ ਹੈ ਪਰਮਾਤਮਾ ਤੇਰੇ ਹੀ ਦਿੱਤੇ ਹੋਏ ਨੇ। ਸਭ ਗੁਣ ਤੇਰੇ ਮੈਂ ਨਾਹੀ ਕੋਇ। ਮੇਰੇ ਵਿੱਚ ਕੋਈ ਗੁਣ ਨਹੀਂ ਹੈ, ਮੇਰਾ ਕੁਛ ਵੀ ਨਹੀਂ ਹੈ। ਵਿਣ ਗੁਣ ਕੀਤੇ ਭਗਤ ਨਾ ਹੋਏ। ਤੁਹਾਡੇ ਗੁਣ ਤੋਂ ਬਿਨਾਂ, ਤੁਹਾਡੇ ਉਪਕਾਰ ਤੋਂ ਬਿਨਾਂ, ਤੁਹਾਡੀ ਕਿਰਪਾ ਤੋਂ ਬਿਨਾਂ, ਬਖਸ਼ਿਸ਼ ਤੋਂ ਬਿਨਾਂ ਭਗਤੀ ਵੀ ਨਹੀਂ ਹੁੰਦੀ ਹੈ। ਅਤੇ ਤੁਸੀਂ ਜਿਹੜੇ ਹਨ ਗੁਣ ਪ੍ਰਦਾਨ ਕਰੋਗੇ ਤਾਂ ਹੀ ਭਗਤੀ ਵੀ ਤਾਂ ਹੀ ਹੋਵੇਗੀ। ਉਹ ਕਿਹੜੇ ਗੁਣ ਨੇ ਜਿਨ੍ਹਾਂ ਤੋਂ ਬਿਨਾਂ ਭਗਤੀ ਨਹੀਂ ਹੁੰਦੀ? ਸਬਰ ਹੈ, ਸੰਤੋਖ ਹੈ, ਨਿਮਰਤਾ ਹੈ, ਗਰੀਬੀ ਹੈ, ਪ੍ਰੇਮ ਹੈ, ਸਹਿਨਸ਼ੀਲਤਾ ਹੈ। ਇਹ ਜਿਹੜੇ ਹਨ ਭਗਤੀ ਦੇ ਸਹਾਇਕ ਸਾਧਨ ਨੇ, ਸਹਾਇਕ ਗੁਣ ਨੇ। ਜਿਸ ਦੇ ਅੰਦਰ ਇਹ ਹੈ ਨਹੀਂ, ਉਹ ਭਗਤੀ ਵੀ ਨਹੀਂ ਕਰ ਸਕਦਾ। ਇਸ ਕਰਕੇ ਮਹਾਰਾਜ ਜੀ ਗੁਣਾਂ ਦੀ ਬਖਸ਼ਿਸ਼ ਕਰੋ, ਪਰੰਤੂ ਗੁਣ ਤੁਹਾਡੇ ਹੀ ਹਨ ਅਤੇ ਮੇਰਾ ਕੁਛ ਵੀ ਨਹੀਂ ਹੈ। ਗੁਣ ਗੁਣ ਕੀਤੇ ਭਗਤ ਨਾ, ਬਿਨਾਂ ਗੁਣ ਤੋਂ ਜਿਹੜੀ ਹੈ ਭਗਤੀ ਨਹੀਂ ਹੁੰਦੀ। ਤੁਹਾਡੀ ਕਿਰਪਾ ਤੋਂ ਬਿਨਾਂ ਕਿਰਪਾ ਤੋਂ ਬਿਨਾਂ ਵੀ ਭਗਤੀ ਨਹੀਂ ਹੁੰਦੀ। ਸਵਸਤ ਆਥ ਬਾਣੀ ਬਰਮਾਓ। ਇਹ ਫਿਰ ਜਿਹੜਾ ਹੈ ਸੰਸਾਰ ਕਿਵੇਂ ਬਣ ਗਿਆ ਮਹਾਰਾਜ, ਦੁਨੀਆ ਕਿਵੇਂ ਬਣ ਗਈ। ਸਵਸਤ ਆਤ, ਸਵਸਤ ਕਲਿਆਣ ਸਰੂਪ ਵਾਹਿਗੁਰੂ ਪਰਮੇਸ਼ਰ। ਸਵਸਤ ਆਤ ਬਾਣੀ ਬਰਮਾਓ, ਜੋ ਅਕਾਲ ਪੁਰਖ ਦੀ, ਵਾਹਿਗੁਰੂ ਪਰਮੇਸ਼ਰ ਦੀ ਜੋ ਬਾਣੀ ਹੈ, ਉਸ ਦਾ ਹੁਕਮ ਹੈ, ਉਸ ਦਾ ਸੰਕਲਪ ਰੂਪ ਬਾਣੀ ਉਸ ਦੀ, ਉਸ ਦਾ ਬ੍ਰਹਮ ਬਾਣੀ ਹੈ, ਜੋ ਅਕਾਲੀ ਹੁਕਮ ਹੈ ਜੋ, ਅਤੇ ਉਹ ਆਤ ਨਾਮ ਮਾਇਆ ਦਾ ਵੀ ਹੈ। ਸਵਸਤ ਨਾਮ ਕਲਿਆਣ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਅੰਦਰ ਜਬੁਦ ਕਰਖ ਕਰਾ ਕਰਤਾਰਾ, ਪਰਜਾ ਧਰਤ ਤਵ ਦੇਹ ਅਪਾਰਾ। ਜਦੋਂ ਉਹ ਚਾਹੁੰਦਾ ਹੈ ਕਿ ਮੈਂ ਇੱਕ ਤੋਂ ਅਨੇਕ ਹੋ ਜਾਵਾਂ, ਫਿਰ ਸ੍ਰਿਸ਼ਟੀ ਦੀ ਰਚਨਾ ਰਚ ਦਿੰਦਾ, ਫਿਰ ਸਾਰੀ ਮਾਇਆ ਦਾ ਪਸਾਰਾ ਹੋ ਜਾਂਦਾ ਹੈ। ਮਾਇਆ ਤੋਂ ਅੱਗੇ ਰਜਗੁਣ, ਤਮਗੁਣ, ਸਤਗੁਣ ਪੈਦਾ ਹੋ ਜਾਂਦੇ ਨੇ। ਉਹ ਉੱਥੋਂ ਫਿਰ ਅੱਗੇ ਜਿਹੜਾ ਹੈਗਾ, ਉਹ ਤੋਂ ਫਿਰ ਪੰਜੇ ਤੱਤ ਪੈਦਾ ਹੋ ਜਾਂਦੇ ਨੇ। ਪੰਜੇ ਤੱਤਾਂ ਦੇ ਗੁਣ ਪੈਦਾ ਹੋ ਜਾਂਦੇ ਹਨ। ਫਿਰ ਅੱਗੇ ਅੱਗੇ ਇਸ ਤਰ੍ਹਾਂ ਦੀ ਸ੍ਰਿਸ਼ਟੀ ਜਿਹੜੀ ਹੈ ਰਚੀ ਜਾਂਦੀ ਹੈ ਵਾਹਿਗੁਰੂ ਪਰਮਾਤਮਾ ਦੇ ਹੁਕਮ ਦੇ ਅੰਦਰ। ਸਵਸਤ ਆਤ ਬਾਣੀ ਬਰਮਾਓ, ਜਾਂ ਅੱਗੇ ਫਿਰ ਬਰਮਾ ਜੀ ਕਮਲ ਤੋਂ ਫਿਰ ਉਹ ਅੱਗੇ ਫਿਰ ਹੋਰ ਪਸਾਰਾ, ਬਰਮਾ ਵਿਸ਼ਨੂੰ ਮਹੇਸ਼, ਸਾਰੇ ਸ੍ਰਿਸ਼ਟੀ ਦੀ ਰਚਨਾ ਫਿਰ ਅੱਗੇ ਸ਼ੁਰੂ ਹੋ ਜਾਂਦੀ ਹੈ। ਸੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਲਿਆਣ ਸਰੂਪ
ਤੋਂ ਉਹਦੇ ਹੁਕਮ ਦੇ ਅੰਦਰ, ਉਸਦੀ ਅਕਾਲੀ ਜੋ ਹੁਕਮ ਦੇ ਅੰਦਰ, ਅਕਾਲੀ ਬਾਣੀ ਦੇ ਅੰਦਰ ਜੋ ਇੱਕ ਤੋਂ ਅਨੇਕ ਸਰੂਪ ਹੋਣ ਦਾ ਜੋ ਸੰਕਲਪ ਹੈ, ਉਸ ਤੋਂ ਇਹ ਸੰਸਾਰ ਬਣਦਾ ਹੈ। ਸਤ ਸੁਹਾਣ ਸਦਾ ਮਨ ਚਾਓ। ਜੋ ਵਾਹਿਗੁਰੂ ਪਰਮੇਸ਼ਰ ਸਤ ਸਰੂਪ ਹੈ, ਸੁਹਾਣ ਸੁੰਦਰ ਸਰੂਪ ਹੈ, ਤੇ ਸਦਾ ਮਨ ਚਾਓ, ਸਦਾ ਹੀ ਆਨੰਦ ਸਰੂਪ ਹੈ। ਤੇ ਵੈਸੇ ਵੀ ਜੇ ਅਸੀਂ ਗੁਰੂ ਦੀ ਬਾਣੀ ਦੇ ਨਾਲ, ਗੁਰੂ ਦੇ ਹੁਕਮ ਨਾਮ ਦੇ ਨਾਲ ਜੋੜਾਂਗੇ, ਜਿਹੜੀਆਂ ਇਹ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ, ਫਿਰ ਤੇ ਇਹ ਰਹਿਮਤਾਂ ਹੁੰਦੀਆਂ ਹਨ, ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਇਹ ਵਾਹਿਗੁਰੂ ਤੇਰੀ ਰਜ਼ਾ, ਤੇਰਾ ਹੁਕਮ, ਤੇਰਾ ਪਾਣਾ। ਸੋ ਇਸ ਤਰ੍ਹਾਂ ਜਿਹੜੀ ਹੈ ਸਾਰਾ ਸੰਸਾਰ ਬਣਦਾ ਵਾਹਿਗੁਰੂ ਦੇ ਹੁਕਮ ਦੇ ਅੰਦਰ। ਉਹ ਜੋ ਆਨੰਦ ਸਰੂਪ ਹੈ, ਸਤ ਸਰੂਪ ਹੈ। ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਇਹ ਬਣਦਾ ਗਿਆ ਸੰਸਾਰ ਫਿਰ ਅਕਾਲ ਪੁਰਖ ਦੇ ਹੁਕਮ ਦੇ ਅੰਦਰ। ਬਣਿਆ ਕਦੋਂ ਹੈ ਫਿਰ ਇਹ ਮਹਾਰਾਜ ਵੀ ਦੱਸੋ, ਕਿਹੜੇ ਟਾਈਮ ਬਣਿਆ ਹੈ? ਕਿੰਨੇ ਲੱਖ ਸਾਲ ਪਹਿਲਾਂ, ਕਿੰਨੇ ਕਰੋੜ ਸਾਲ ਪਹਿਲਾਂ, ਕਿੰਨੇ ਅਰਬਾਂ ਸਾਲ ਪਹਿਲਾਂ, ਕਿੰਨੇ ਖਰਬਾਂ ਸਾਲ ਪਹਿਲਾਂ, ਕਿੰਨੇ ਨਰਬਾਂ ਸਾਲ ਪਹਿਲਾਂ, ਕਦੋਂ ਬਣਿਆ ਹੈ? ਗੁਰੂ ਮਹਾਰਾਜ ਜੀ ਦੱਸਦੇ ਨੇ, ਭਾਈ ਕਿਸੇ ਨੂੰ ਪਤਾ ਹੈ ਕਿ ਇਹ ਕਦੋਂ ਬਣਿਆ ਹੈ? ਕਿਆ ਸਰਾਈਆਂ ਸਾਰੇ ਲਾਉਂਦੇ ਹਨ। ਕੋਈ ਕਹਿੰਦਾ ਕਿਵੇਂ ਸੰਸਾਰ ਬਣ ਗਿਆ, ਕੋਈ ਪਰਮਾਣੂ ਤੋਂ ਬਣ ਗਿਆ, ਕੋਈ ਕਿਵੇਂ ਦੱਸਦਾ, ਕੋਈ ਕਿਵੇਂ ਦੱਸਦਾ ਪਸਾਰਾ ਇਸ ਤਰ੍ਹਾਂ ਬਣ ਗਿਆ, ਕੋਈ ਕਹਿੰਦਾ ਦੁਨੀਆ ਇਸ ਤਰ੍ਹਾਂ ਬਣ ਗਈ। ਗੁਰੂ ਮਹਾਰਾਜ ਜੀ ਦੱਸਦੇ ਨੇ, ਭਾਈ ਦੁਬਾਰਾ ਪੜ੍ਹੋ। ਕਵਣ ਸੋ ਵੇਲਾ ਵਖਤ ਕਵਣ। ਉਹ ਕਿਹੜਾ ਟਾਈਮ ਸੀਗਾ, ਉਹ ਵਕਤ ਕਿਹੜਾ ਸੀ? ਕਵਣ ਸੋ ਵੇਲਾ ਵਕਤ ਕਵਣ, ਕਿਹੜਾ ਵਕਤ ਸੀ, ਕਿਹੜਾ ਸਮਾਂ ਸੀ, ਕਿਹੜਾ ਟਾਈਮ ਸੀ? ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਕਿਹੜੀ ਥਿਤ ਸੀ ਉਸ ਦਿਨ ਵਿੱਚ? ਏਕਮ ਸੀ, ਦੂਜ ਸੀ, ਤੀਜ ਸੀ, ਚੌਥ ਸੀ। ਤੇ ਕਿਹੜਾ ਵਕਤ ਸੀ ਉਹ ਜਦੋਂ ਬਣਿਆ? ਦੁਪਹਿਰ ਦਾ ਵੇਲਾ, ਸਵੇਰ ਦਾ ਵੇਲਾ ਸੀ, ਸ਼ਾਮ ਦਾ ਵੇਲਾ ਸੀ ਜਦੋਂ ਸੰਸਾਰ ਬਣਾਇਆ। ਵਕਤ ਕਵਣ, ਕਿਹੜਾ ਵਕਤ ਸੀ ਉਸ ਸਮੇਂ? ਦੁਪਹਿਰਾਂ ਦਾ ਵਕਤ ਸੀ, ਕਿਹੜਾ ਟਾਈਮ ਸੀ? ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਵਾਰ ਕਿਹੜਾ? ਮੰਗਲਵਾਰ ਸੀ, ਸੋਮਵਾਰ ਸੀ, ਬੁੱਧਵਾਰ ਸੀ, ਵੀਰਵਾਰ ਸੀ, ਕਿਹੜਾ ਵਾਰ ਸੀ? ਦਿਨ ਕਿਹੜਾ ਸੀ ਉਹ? ਕਵਣ ਸੇ ਰੁੱਤੀ ਮਾਹ ਕਵਣ, ਜਿਤ ਹੋਆ ਆਕਾਰ। ਰੁੱਤ ਕਿਹੜੀ ਸੀ ਉਸ ਸਮੇਂ? ਗਰਮੀ ਸੀ, ਸਰਦੀ ਸੀ, ਗਰੀਖਮ ਰੁੱਤ ਸੀ, ਬਸੰਤ ਰੁੱਤ ਸੀ। ਕਵਣ ਸੁਰੁੱਤੀ ਕਿਹੜੀ ਰੁੱਤ ਸੀ? ਮਾਹੋ ਕਵਣ, ਮਹੀਨਾ ਕਿਹੜਾ ਸੀ ਉਦੋਂ? ਜੇਠ ਸੀ, ਹਾੜ ਸੀ, ਸਾਉਣ ਸੀ, ਭਾਦੋਂ ਸੀ, ਪੋਹ ਸੀ, ਮਾਘ ਸੀ, ਕਿਹੜਾ ਮਹੀਨਾ ਸੀ? ਜਨਵਰੀ ਸੀ, ਫਰਵਰੀ ਸੀ, ਮਾਰਚ ਅਪ੍ਰੈਲ ਸੀ, ਕਿਹੜਾ ਮਹੀਨਾ ਸੀ? ਦੁਬਾਰਾ ਪੜ੍ਹ। ਕਵਣ ਸੇ ਰੁੱਤੀ ਮਾਹ ਕਵਣ, ਜਿਤ ਹੋਆ ਆਕਾਰ। ਜਦੋਂ ਇਹ ਜਿਹੜਾ ਨਿਰੰਕਾਰ ਤੋਂ ਆਕਾਰ ਹੋ ਗਿਆ, ਜਦੋਂ ਇਹ ਆਕਾਰ ਬਣਿਆ, ਸੰਸਾਰ ਬਣਿਆ, ਸਾਰਾ ਸੰਸਾਰ ਜੋ ਆਕਾਰ ਨਜ਼ਰ ਆਉਂਦਾ ਹੈ, ਉਹ ਕਿਹੜੀ ਰੁੱਤ ਸੀ, ਕਿਹੜਾ ਮਹੀਨਾ ਸੀ ਉਹ ਉਦੋਂ? ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ। ਕਹੀ ਜਾਂਦੇ ਹਨ, ਪਰੰਤੂ ਨਹੀਂ ਭਾਈ। ਗੁਰੂ ਮਹਾਰਾਜ ਜੀ ਕਹਿੰਦੇ ਨੇ, ਵੇਲ ਨਾ ਪਾਈਆ ਪੰਡਤੀ। ਪੰਡਤਾਂ ਨੂੰ, ਵੱਡੇ ਵੱਡੇ ਵਿਦਵਾਨਾਂ ਨੂੰ, ਸਿਆਣੇ ਲੋਕਾਂ ਨੂੰ ਕੋਈ ਪਤਾ ਨਹੀਂ ਕਿਹੜਾ ਵੇਲਾ ਸੀ, ਕਿਹੜਾ ਸਮ ਵੇਲਾ ਪਏ ਪੰਡਤੀ 'ਚ ਹੋਵੇ ਲੇਖ ਪੁਰਾਣ। ਕੋਈ ਪੁਰਾਣਾਂ 'ਚ ਲਿਖਿਆ ਹੋਵੇ, 18 ਪੁਰਾਣ ਨੇ ਵੀ ਹਾਂ ਉਹ ਸੰਸਾਰ ਉਸ ਸਮੇਂ ਬਣਿਆ ਹੋਵੇ। ਨਹੀਂ, ਕੁਛ ਵੀ ਇਹੋ ਜਿਹਾ ਲਿਖਿਆ ਨਹੀਂ ਹੋਇਆ, ਪਤਾ ਹੀ ਨਹੀਂ ਕਿਸੇ ਨੂੰ ਹੈ। ਵਖਤ ਨਾ ਪਾਇਓ ਕਾਦੀਆ, ਜੇ ਲਿਖਨ ਲੇਖ ਕੁਰਾਨ। ਵੇਦਾਂ 'ਚ ਤਾਂ ਲਿਖਿਆ ਨਹੀਂ ਹੋਈ, ਪੁਰਾਣਾਂ 'ਚ ਤਾਂ ਲਿਖਿਆ ਨਹੀਂ ਹੈ, ਪੰਡਤਾਂ ਨੂੰ ਤਾਂ ਪਤਾ ਨਹੀਂ ਹੈ, ਵਿਦਵਾਨਾਂ ਨੂੰ ਤਾਂ ਪਤਾ ਨਹੀਂ। ਫਿਰ ਮਹਾਰਾਜ ਜੀ ਕੋਈ ਵੀ ਹੋਰ ਗ੍ਰੰਥ ਨੇ, ਜਾਂ ਕਾਜ਼ੀਆਂ ਨੂੰ ਪਤਾ ਹੋਵੇ, ਇਸਲਾਮ 'ਚ ਪਤਾ ਹੋਵੇ, ਅਤੇ ਹਜ਼ਰਤ ਮੁਹੰਮਦ ਸਾਹਿਬ ਜਾਂ ਉਹਨਾਂ ਨੂੰ ਪਤਾ ਹੋਵੇ। ਗੁਰੂ ਮਹਾਰਾਜ ਜੀ ਕਹਿ ਰਹੇ ਹਨ, ਦੁਬਾਰਾ ਵਖਤ ਨਾ ਪਾਇਓ ਕਾਦੀਆ, ਜੇ ਲਿਖਨ ਲੇਖ ਕੁਰਾਨ। ਜੇ ਕੁਰਾਨ ਦੇ ਵਿੱਚ ਲਿਖਿਆ ਹੋਇਆ ਕੋਈ ਹੋਵੇ, ਵਕਤ ਨਾ ਪਾਇਓ ਕਾਦੀਆਂ। ਨਹੀਂ, ਕਾਜ਼ੀਆਂ ਨੂੰ ਵੀ ਨਹੀਂ ਪਤਾ ਹੈ
ਕਿਸੇ ਨੂੰ ਵੀ ਨਹੀਂ ਪਤਾ। ਵਕਤ ਨਾ ਪਾ ਕਾਦੀਆਂ 'ਚ ਲਿਖਨ ਲੇਖ ਕੁਰਾਨ। ਕੋਈ ਲੇਖ ਲਿਖਿਆ ਹੋਵੇ, ਕੋਈ ਕੁਰਾਨਾਂ ਦੇ ਵਿੱਚ, ਕੁਰਾਨ ਦੇ ਵਿੱਚ ਲਿਖਿਆ ਹੋਵੇ, ਕੁਰਾਨ ਸ਼ਰੀਫ ਦੇ ਵਿੱਚ ਲਿਖਿਆ ਹੋਵੇ, ਨਹੀਂ, ਕੁਛ ਵੀ ਨਹੀਂ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੁ ਨਾ ਕੋਈ। ਜੋਗੀ ਵੱਡੇ ਵੱਡੇ ਹੋਏ ਨੇ, ਵੱਡੇ ਵੱਡੀਆਂ ਸਮਾਧੀਆਂ ਲਾਈਆਂ ਉਹਨਾਂ ਨੇ, ਕੀ ਉਹਨਾਂ ਨੂੰ ਪਤਾ ਹੋ ਸਕਦਾ? ਫਿਰ ਜਿਹੜਾ ਹਿੰਦੂਆਂ ਨੂੰ ਨਹੀਂ ਪਤਾ, ਮੁਸਲਮਾਨਾਂ ਨੂੰ ਪਤਾ ਨਹੀਂ ਹੈ, ਜੋਗੀਆਂ ਨੂੰ ਫਿਰ ਗੁਰੂ ਮਹਾਰਾਜ ਜੀ ਕਹਿੰਦੇ ਨਹੀਂ ਭਾਈ, ਥਿਤ ਵਾਰ ਨਾ ਜੋਗੀ ਜਾਣਾ। ਨਾ ਉਹ ਕਿਹੜੀ ਥਿਤ ਸੀ, ਉਹ ਦੂਜ ਤੀਜ ਚੌਥ ਕਿਹੜਾ ਵਾਰ ਸੀ, ਕਿਹੜਾ ਮਹੀਨਾ? ਥਿਤ ਵਾਰ ਨਾ ਜੋਗੀ ਜਾਣਾ। ਜੋਗੀ ਵੀ ਨਹੀਂ ਜਾਣਦੇ, ਕੋਈ ਵੀ ਵੱਡੇ ਤੋਂ ਵੱਡਾ ਜੋਗੀ, ਗੋਰਖ ਵਰਗੇ, ਚੰਦਰ ਵਰਗੇ, ਕੋਈ ਜੋਗੀ ਨਹੀਂ ਜਾਣਦੇ। ਥਿਤ ਵਾਰ ਨਾ ਜੋਗੀ ਜਾਣਾ, ਰੁੱਤ ਮਹਾਉ ਨਾ ਕੋਈ। ਨਾ ਰੁੱਤ ਦਾ ਪਤਾ ਹੋਵੇ ਕਿਹੜੀ ਰੁੱਤ ਸੀ, ਨਾ ਮਹੀਨੇ ਦਾ ਪਤਾ ਮਹਾਉ ਦਾ। ਜਾ ਕਰਤਾ ਸਿਰ ਠੀਕਉ ਸਾਜੇ, ਆਪੇ ਜਾਣੈ ਸੋਈ। ਭਾਈ ਜਿਸ ਨੇ ਸਾਜੀ ਹੈ ਸ੍ਰਿਸ਼ਟੀ ਉਹੀ ਜਾਣਦਾ ਹੈ। ਜਾ ਕਰਤਾ ਸਿਰ ਠੀਕਉ ਸਾਜੇ, ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸ੍ਰਿਸ਼ਟੀ ਸਾਜੀ ਹੈ, ਜਦੋਂ ਉਹ ਸਾਜਦਾ, ਕਿੰਨੀ ਵਾਰ ਢਾਉਂਦਾ ਬਣਾਉਂਦਾ, ਉਹੀ ਜਾਣਦਾ ਹੈ। ਹੋਰ ਸਮੇਂ ਕੋਈ ਹੁੰਦਾ ਹੀ ਨਹੀਂ, ਕੋਈ ਹੋਰ ਹੈ, ਕਿਵੇਂ ਜਾਣ ਲਵੇਗਾ? ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੈ ਸੋਈ। ਉਹ ਆਪ ਹੀ ਜਾਣਦਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਜੋਗੀ ਜਨੋਂ ਵਾਹਿਗੁਰੂ ਪਰਮੇਸ਼ਰ ਹੀ ਜਾਣਦਾ ਕਦੋਂ ਸ੍ਰਿਸ਼ਟੀ ਉਸਨੇ ਸਾਜੀ ਹੈ। ਅਕਾਲ ਪੁਰਖ ਵਾਹਿਗੁਰੂ ਨੇ, ਪਰਮੇਸ਼ਰ ਨੇ। ਜਾ ਕਰਤਾ ਸਿਰ ਠੀਕਉ ਸਾਜੇ, ਆਪੇ ਜਾਣੈ ਸੋਈ। ਉਹਦੀ ਕੋਈ ਗਤੀ ਮਤੀ ਮਰਿਆਦਾ ਨੂੰ ਕੋਈ ਜਾਣਦਾ ਨਹੀਂ ਹੈ। ਜਿਨ ਸਾਜੀ ਹੈ ਸ੍ਰਿਸ਼ਟੀ ਸਾਰੀ, ਆਪੇ ਗਤ ਜਾਣੈ ਆਪਣੀ। ਜਿਨ ਸਾਜੀ ਹੈ ਸ੍ਰਿਸ਼ਟੀ ਸਾਰੀ, ਆਪੇ ਗਤ ਜਾਣੈ ਆਪਣੀ। ਜਿਨ ਸਾਜੀ ਹੈ ਸ੍ਰਿਸ਼ਟੀ ਸਾਰੀ, ਆਪੇ ਗਤ ਜਾਣੈ ਆਪਣੀ। ਜਿਨ ਸਾਜੀ ਹੈ ਸ੍ਰਿਸ਼ਟੀ ਸਾਰੀ, ਆਪੇ ਗਤ ਜਾਣੈ ਆਪਣੀ। ਜਿਨ ਸਾਜੀ ਹੈ ਸ੍ਰਿਸ਼ਟੀ ਸਾਰੀ, ਆਪੇ ਗਤ ਜਾਣੈ ਆਪਣੀ। ਜਿਨ ਸਾਜੀ ਹੈ ਸ੍ਰਿਸ਼ਟੀ ਸਾਰੀ, ਆਪੇ ਗਤ ਜਾਣੈ ਆਪਣੀ। ਜਿਨ ਸਾਜੀ ਹੈ ਸ੍ਰਿਸ਼ਟੀ ਸਾਰੀ, ਆਪੇ ਗਤ ਜਾਣੈ ਆਪਣੀ। ਜਿਨ ਸਾਜੀ ਹੈ ਸ੍ਰਿਸ਼ਟੀ ਸਾਰੀ, ਆਪੇ ਗਤ ਜਾਣੈ ਆਪਣੀ। ਜਿਨ ਸਾਜੀ ਹੈ ਸ੍ਰਿਸ਼ਟੀ ਸਾਰੀ, ਆਪੇ ਗਤ ਜਾਣੈ ਆਪਣੀ। ਜਿਨ ਸਾਜੀ ਹੈ ਸ੍ਰਿਸ਼ਟੀ ਸਾਰੀ, ਆਪੇ ਗਤ ਜਾਣੈ ਆਪਣੀ। ਜਿਨ ਸਾਜੀ ਹੈ ਸ੍ਰਿਸ਼ਟੀ ਸਾਰੀ, ਆਪੇ ਗਤ ਜਾਣੈ ਆਪਣੀ। ਜਿਨ ਸਾਜੀ ਹੈ ਸ੍ਰਿਸ਼ਟੀ ਸਾਰੀ, ਆਪੇ ਗਤ ਜਾਣੈ ਆਪਣੀ। ਮਹਿਮਾਨ ਜਨ ਵੇਦ ਬ੍ਰਹਮੇਨੀ ਜਾਣੇ ਭੇਦ। ਮਹਿਮਾਨ ਜਨ ਵੇਦ ਬ੍ਰਹਮੇਨੀ ਜਾਣੇ ਭੇਦ। ਮਹਿਮਾਨ ਜਾਣੈ ਵੇਦ ਬ੍ਰਹਮੇਨੀ ਜਾਣੈ ਭੇਦ। ਮਹਿਮਾਨ ਜਨ ਵੇਦ ਬ੍ਰਹਮੇਨੀ ਜਾਣੈ ਭੇਦ। ਅਵਤਾਰ ਨ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਅਵਤਾਰ ਨ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ। ਅਵਤਾਰ ਨ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਅਵਤਾਰ ਨ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਮਹਿਮਾ ਨ ਜਾਣੈ ਵੇਦ ਬ੍ਰਹਮੇਨੀ ਜਾਣੈ ਭੇਦ। ਮਹਿਮਾ ਨ ਜਾਣੈ ਵੇਦ ਬ੍ਰਹਮੇਨੀ ਜਾਣੈ ਭੇਦ। ਮਹਿਮਾ ਨ ਜਾਣੈ ਵੇਦ ਬ੍ਰਹਮੇਨੀ ਜਾਣੈ ਭੇਦ। ਮਹਿਮਾ ਨ ਜਾਣੈ ਵੇਦ ਬ੍ਰਹਮੇਨੀ ਜਾਣੈ ਭੇਦ।
ਅਵਤਾਰ ਨ ਜਾਣੈ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ। 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 ਜਿਨੇ ਸਾਜੀ ਹੈ ਸ੍ਰਿਸ਼ਟੀ ਸਾਰੀ ਆਪੇ ਗਤ ਜਾਣੈ ਆਪਣੀ। ਜਿਨੇ ਸਾਜੀ ਹੈ ਸ੍ਰਿਸ਼ਟੀ ਸਾਰੀ ਆਪੇ ਗਤ ਜਾਣੈ ਆਪਣੀ। ਜਿਨੇ ਸਾਜੀ ਐ ਸ੍ਰਿਸ਼ਟੀ ਸਾਰੀ ਆਪੇ ਗਤ ਜਾਣੈ ਆਪਣੀ। ਜਿਨੇ ਸਾਜੀ ਹੈ ਸ੍ਰਿਸ਼ਟੀ ਸਾਰੀ ਆਪੇ ਗਤ ਜਾਣੈ ਆਪਣੀ। ਜਾਂ ਕਰਤਾ ਸੇਠੀ ਕੋ ਸਾਜੇ ਆਪੇ ਜਾਣੈ ਜਾਣੈ ਸੋਈ। ਸੋਈ। ਸੋ ਗੁਰੂ ਨਾਨਕ ਪਾਤਸ਼ਾਹ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਹੈ ਭਾਈ ਜਿਸ ਉਸ ਪਰਮੇਸ਼ਰ ਨੇ ਅਕਾਲ ਪੁਰਖ ਨੇ ਸ੍ਰਿਸ਼ਟੀ ਸਾਜੀ ਹੈ ਉਹੀ ਜਾਣਦਾ ਹੈ। ਕਿਵ ਕਰ ਆਖਾ ਕਿਉ ਸਾਲਾਹੀ। ਕਿਵ ਮਹਾਰਾਜ ਸਾਲਾਹੀ ਕਿਉ ਵਰਨੀ ਕਿਵ ਜਾਣਾ। ਮਹਾਰਾਜ ਵੀ ਕੁਛ ਨਾ ਕੁਛ ਤਾਂ ਵਰਣਨ ਕਰੋ, ਕੁਛ ਨਾ ਕੁਛ ਤਾਂ ਦੱਸੋ, ਕੁਛ ਤਾਂ ਕਹੋ ਮਹਾਰਾਜ। ਸਤਿਗੁਰੂ ਜੀ ਕਹਿੰਦੇ ਭਾਈ ਕਿਵ ਕਰ ਆਖਾਂ ਕਿਵੇਂ ਆਖੀਏ, ਕਿਵ ਕਰ ਆਖਾਂ ਕਿਵ ਸਾਲਾਹੀ ਕਿਵੇਂ ਸਾਲਾਹ ਕਰੀਏ, ਕਿਵੇਂ ਜਿਹੜੀਆਂ ਸਿਫਤਾਂ ਕਰੀਏ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ। ਕਿਵ ਕਰ ਆਖਾਂ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ। ਕਿਵੇਂ ਵਰਣਨ ਕਰੀਏ ਭਾਈ, ਕਿਉ ਵਰਨੀ ਕਿਵ ਜਾਣਾ, ਕਿਵੇਂ ਜਾਣੀਏ, ਕਿਵੇਂ ਕੋਈ ਜਾਣ ਸਕਦਾ ਹੈ। ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ। ਗੱਲਾਂ ਬਾਤਾਂ ਨਾਲ ਤਾਂ ਸਾਰੇ ਕਹਿ ਦਿੰਦੇ ਨੇ ਵੀ ਅਸੀਂ ਜਾਣਦੇ ਹਾਂ, ਅਸੀਂ ਜਾਣਦੇ ਹਾਂ। ਆਕਾਸ਼ਾਂ ਪਤਾਲਾਂ ਦੀਆਂ ਗੱਲਾਂ ਬਾਤਾਂ ਤਾਂ ਸਾਰੇ ਹੀ ਕਰ ਲੈਂਦੇ ਨੇ। ਕਿਉ ਕਰ ਆਖਾ ਕਿਉ ਸਾਲਾਹੀ ਕਿਉ ਵਰਨੀ ਕਿਉ ਜਾਣਾ। ਨਾਨਕ ਆਖਣ ਸਭ ਕੋ ਆਖੈ, ਆਖਣ ਤਾਂ ਸਾਰੇ ਹੀ ਕਹਿ ਦਿੰਦੇ ਨੇ। ਇੱਕੋ ਦੇ ਇੱਕ ਸਿਆਣੇ ਵੱਡੇ ਵੱਡੇ ਦੁਨੀਆ ਦੇ ਉੱਤੇ ਸਿਆਣੇ ਕਹਾਉਂਦੇ ਨੇ ਆਪਣੇ ਆਪ ਨੂੰ। ਘਾਟ ਨਾ ਕਿਨੀ ਕਹਾਇਆ ਸਭ ਕਹਿਤੇ ਹੈ ਪਾਇਆ। ਵੱਡੇ ਵੱਡੇ ਦੁਨੀਆ ਦੇ ਉੱਤੇ ਹੋਏ ਨੇ ਬੜੇ ਬੜੇ ਸਿਆਣੇ, ਬੜੇ ਬੜੇ ਫਿਲਾਸਫਰ, ਬੜੇ ਬੜੇ ਆਪਣੇ ਆਪ ਨੂੰ ਕਹਾਉਂਦੇ ਨੇ। ਵੱਡੇ ਵੱਡੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ। ਬਹੁਤ ਕੁਛ ਕਿਹਾ ਦੁਨੀਆ ਦੇ ਵਿੱਚ, ਬੜਾ ਸ੍ਰਿਸ਼ਟੀ ਬਾਰੇ, ਦੁਨੀਆ ਬਾਰੇ, ਪਰਮਾਤਮਾ ਬਾਰੇ ਬੜਾ ਕੁਛ ਕਿਹਾ। ਪਤਾ ਨਹੀਂ ਜਾਣਦੇ ਆ, ਪਤਾ ਨਹੀਂ ਜਾਣਦੇ। ਸਤਿਗੁਰੂ ਤਾਂ ਅਭੇਦ ਨੇ ਭਾਈ, ਅਕਾਲ ਪੁਰਖ ਦਾ ਹੀ ਰੂਪ ਨੇ। ਇਸ ਕਰਕੇ ਬਾਣੀ ਸਤ ਸਰੂਪ ਹੈ, ਉਹਨਾਂ 'ਤੇ ਵਿਸ਼ਵਾਸ ਹੈ। ਪਰੰਤੂ ਉਹ ਸਿਆਣੇ ਲੋਕ ਆਪਣੇ ਬਹੁਤਿਆਂ ਨੇ ਮਨਾਂ ਦੇ ਢਕੌਂਸਲੇ ਅੱਜ ਵੀ ਦੁਨੀਆ ਮਾਰਦੀ ਹੈ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਪਰੰਤੂ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ। ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ। ਅੰਤ ਕਾਰਨ ਕੇਤੇ ਵਿਲਾਏ। ਅੰਤ ਪਾਉਣ ਨੂੰ ਇਹ ਦੁਨੀਆ ਬੜੀ ਭੱਜੀ ਫਿਰਦੀ ਹੈ। ਇਹ ਪਰਮਾਤਮਾ ਦਾ ਅੰਤ ਪਾ ਲਈਏ, ਸ੍ਰਿਸ਼ਟੀ ਦਾ ਅੰਤ ਪਾ ਲਈਏ। ਇਹ ਬੰਦੇ ਦਾ ਅੰਤ ਨਹੀਂ ਆਉਂਦਾ ਹੈ, ਜਨਮ ਮਰਨ ਦਾ ਅੰਤ ਨਹੀਂ ਆਉਂਦਾ ਹੈ। ਕਿੱਥੋਂ ਕਿੱਥੋਂ ਤੱਕ ਦੁਨੀਆ ਸਾਜੀ ਹੋਈ ਹੈ, ਜਾ ਕੇ ਦੇਖ ਲਈਏ ਕਿੱਥੋਂ ਕਿੱਥੋਂ ਤੱਕ ਭਾਈ। ਬੜੀਆਂ ਖੋਜਾਂ ਹੋ ਰਹੀਆਂ ਹਨ, ਬੜੀ ਵਾਰ ਲਾਉਂਦੇ ਰਹੇ ਦੁਨੀਆ ਦੇ ਵਿੱਚ, ਪਰੰਤੂ ਪਰਮਾਤਮਾ ਦਾ ਅੰਤ ਨਹੀਂ ਪਾਇਆ ਗਿਆ। ਮਹਿਮਾ ਨਾ ਜਾਣੇ ਵੇਦ, ਬ੍ਰਹਮੇ ਨਹੀਂ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ। ਅਵਤਾਰਾਂ ਤੋਂ ਵੱਡਾ ਕੌਣ ਹੋਣਾ ਹੈ। ਅਵਤਾਰ ਵੀ ਪਰਮਾਤਮਾ ਦਾ ਅੰਤ ਨਹੀਂ ਪਾ ਸਕੇ। ਬੜੇ ਅਵਤਾਰ ਪਰਮਾਤਮਾ ਨੇ ਭੇਜੇ ਸੰਸਾਰ ਦੇ ਉੱਤੇ, ਦੁਨੀਆ ਦੇ ਉੱਤੇ। ਵੱਡੇ ਵੱਡੇ ਸ਼ਕਤੀਆਂ ਵਾਲੇ ਸੰਸਾਰ ਦੇ ਉੱਤੇ ਭੇਜੇ ਅਵਤਾਰ ਲੋਕ, ਪਰੰਤੂ ਅਵਤਾਰ ਨਾ ਜਾਣੇ ਅੰਤ। ਪਰਮਾਤਮਾ ਦਾ ਅੰਤ ਨਹੀਂ ਉਹ ਵੀ ਜਾਣਦੇ। ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਬੇਅੰਤ ਹਨ। ਤੂੰ ਬੇਅੰਤ ਕੋ ਵਿਰਲਾ ਜਾਣਾ। ਸੋ ਗੁਰੂ ਮਹਾਰਾਜ ਜੀ ਕਹਿੰਦੇ ਹਨ ਭਾਈ ਕਿਉ ਕਰ ਆਖਾ ਕਿਉ ਸਾਲਾਹੀ ਕਿਉ ਵਰਨੀ ਕਿਉ ਜਾਣਾ। ਨਾਨਕ ਆਖਣ ਸਭ ਕੋ ਆਖੈ। ਆਖਣ ਨੂੰ ਤਾਂ ਸਾਰੇ ਕਹਿ ਦਿੰਦੇ ਨੇ, ਗੱਲਾਂ ਬਾਤਾਂ ਤਾਂ ਕਰਦੇ ਨੇ। ਇੱਕ ਦੋ ਇੱਕ ਸਿਆਣਾ, ਇੱਕ ਤੋਂ ਇੱਕ ਜਿਹੜੇ ਹਨ ਵੱਡੇ ਸਿਆਣੇ ਆਪਣੇ ਆਪ ਨੂੰ ਕਹਾਉਂਦੇ ਨੇ। ਬੜੇ ਬੜੇ ਦੁਨੀਆ 'ਤੇ ਹੋਏ ਨੇ ਫਿਲਾਸਫਰ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ। ਅਕਾਲ ਪੁਰਖ ਵਾਹਿਗੁਰੂ ਜੀ ਪਰਮੇਸ਼ਰ ਜੋ ਹੈ, ਪਰਮਾਤਮਾ ਜੋ ਹੈ ਵੱਡਾ ਸਾਹਿਬ। ਉਹ ਜੋ ਸਾਹਿਬ ਮਾਲਕ ਹੈ ਪਰਮਾਤਮਾ ਅਕਾਲ ਪੁਰਖ ਹੈ, ਉਹ ਵੱਡਾ ਸਾਹਿਬ।
ਸਭ ਤੋਂ ਵੱਡਾ ਹੈ ਸੰਸਾਰ, ਉਹ ਤੋਂ ਵੱਡਾ ਕੋਈ ਨਹੀਂ ਹੈ ਦੁਨੀਆ ਦੇ। ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਨ ਕਰਤਵਾ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਉਹ ਸੱਚਾ ਤਖਤ ਦਾ ਮਾਲਕ, ਉਹਦਾ ਤਖਤ ਕਦੇ ਚਲਾਏਮਾਨ ਨਹੀਂ ਹੁੰਦਾ। ਦੁਨੀਆ ਦੇ ਤਖਤ ਤਾਂ ਜਿਹੜੇ ਹਨ 4 ਦਿਨ ਕਿਸੇ ਕੋਲ, 4 ਦਿਨ ਕਿਸੇ ਕੋਲ, ਪਰੰਤੂ ਜੋ ਵੱਡਾ ਸਾਹਿਬ ਮਾਲਕ ਹੈ ਉਹ ਸਭ ਤੋਂ ਵੱਡਾ ਹੈ। ਵੱਡਾ ਸਾਹਿਬ, ਵੱਡੀ ਨਾਈ, ਉਹਦੀ ਜਿਹੜੀ ਮਹਿਮਾ ਹੈ, ਉਹਦੀ ਵਡਿਆਈ ਹੈ, ਉਹਦੀ ਸਿਫਤ ਹੈ, ਉਹ ਸੱਚੀ ਹੈ। ਦੁਨੀਆ ਵਿੱਚ ਤਾਂ ਝੂਠੇ ਸਾਹਿਬ ਨੇ, ਝੂਠੀਆਂ ਵਡਿਆਈਆਂ ਨੇ, ਪਰੰਤੂ ਉਹੀ ਸੱਚਾ ਸਾਹਿਬ ਹੈ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ। ਉਸ ਵਾਹਿਗੁਰੂ ਪਰਮਾਤਮਾ ਦਾ ਕੀਤਾ ਹੀ ਹੁੰਦਾ ਸੰਸਾਰ ਦੇ ਵਿੱਚ। ਉਸ ਨੇ ਹੀ ਕੀਤਾ ਹੈ, ਉਹੀ ਕਰਤਾ ਪੁਰਖ ਹੈ, ਜਿਸ ਦਾ ਕੀਤਾ ਹੋਇਆ ਹੀ ਇਹ ਸੰਸਾਰ ਹੈ, ਦੁਨੀਆ ਬਣਦੀ ਹੈ। ਉਸ ਦਾ ਕੀਤਾ ਹੋਇਆ ਹੈ, ਜਿਸ ਦਾ ਕੀਤਾ ਹੋ ਹੀ ਹੁੰਦਾ ਹੈ। ਬਾਕੀ ਤਾਂ ਸਾਰੇ ਉਸ ਦੇ ਬਣਾਈ ਹੋਏ ਨੇ, ਉਸ ਦੀ ਕਿਰਤ ਹੈ। ਸਾਰੇ ਮੈਂ ਨਹੀਂ ਧਾਰਨ ਕਰ ਸਕਦੇ, ਪਰੰਤੂ ਉਸ ਵਾਹਿਗੁਰੂ ਦਾ ਕੀਤਾ ਹੁੰਦਾ ਹੈ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋ ਹੈ। ਜੇ ਕੋਈ ਕਹੇ ਕਿ ਆਪਣੇ ਆਪ ਨੂੰ ਕੋਈ ਕਹੇ ਨਹੀਂ ਵੀ ਮੈਂ ਜਾਣਦਾ ਜਾਂ ਮੇਰਾ ਕੀਤਾ ਹੁੰਦਾ ਹੈ, ਨਾਨਕ ਜੇ ਕੋ ਆਪੋ ਜਾਣੈ, ਆਪਣੇ ਆਪ ਨੂੰ ਜਣਾਵੇ, ਮੈਂ ਕਰੇ, ਅੱਗਾ ਗਿਆ ਨਾ ਸੋਹਾ। ਪਰਮਾਤਮਾ ਦੀ ਦਰਗਾਹ ਦੇ ਵਿੱਚ ਭਾਈ ਉਹ ਸੋਭਦੇ ਨਹੀਂ ਹੈਗੇ। ਪਰਮਾਤਮਾ ਨਹੀਂ ਉਹਨੇ ਚੰਗੇ ਲੱਗਦੇ ਜਿਹੜੇ ਹਉਮੈ ਗ੍ਰਸਤ ਹੋ ਜਾਣ, ਜਿਹੜਿਆਂ ਨੇ ਆਪਣੇ ਆਪ ਨੂੰ ਕਿਹਾ, ਆਪਣੇ ਆਪ ਨੂੰ ਜਣਾਇਆ, ਮੈਂ ਨੂੰ ਜਣਾਇਆ ਹੈ, ਮੈਂ ਕੀਤਾ ਹੈ। ਪਰਮਾਤਮਾ ਦਾ ਨਾਮ ਨਹੀਂ ਜਪਾਇਆ, ਪਰਮਾਤਮਾ ਦਾ ਨਾਮ ਨਹੀਂ ਜਪਿਆ। ਨਾਨਕ ਜੇ ਕੋ ਆਪੋ ਜਾਣੈ, ਜੇ ਆਪਣੇ ਆਪ ਨੂੰ ਜਾਣੇ, ਆਪਣੇ ਆਪ ਨੂੰ ਜਣਾਵੇ, ਕਹੇ ਅੱਗਾ ਗੈ ਨਾ ਸੋਇਆ। ਅੱਗਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਪਰਮਾਤਮਾ ਹੈ, ਉਹਦੀ ਦਰਗਾਹ ਵਿੱਚ ਨਹੀਂ ਉਹ ਸੋਭਦਾ ਹੈ। ਸੋ ਇੱਥੇ ਤੱਕ ਸਮਾਪਤੀ ਕਰ ਦਿੰਦੇ। ਕਿ ਜਿਹੜੀਆਂ ਹਨ ਪੌੜੀਆਂ ਇੱਥੇ ਤੱਕ ਹੋ ਚੁੱਕੀਆਂ ਹਨ। ਸੋ ਅਕਾਲ ਪੁਰਖ ਵਾਹਿਗੁਰੂ ਦੀ ਬੇਅੰਤਤਾ ਦਾ ਵਰਣਨ ਕਰਦੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ। ਅਤੇ ਸੰਸਾਰ ਕਿਵੇਂ ਬਣਿਆ ਹੈ, ਦੁਨੀਆ ਸੰਸਾਰ, ਇਸ ਬਾਰੇ ਗੁਰੂ ਮਹਾਰਾਜ ਜੀ ਸਾਰੀਆਂ ਵਿਚਾਰਾਂ ਦੱਸ ਰਹੇ ਹਨ। ਪਰਮਾਤਮਾ ਦੇ ਨਾਮ ਸੁਣਨ ਦੀ ਮਹਿਮਾ ਦੱਸ ਰਹੇ। ਸੁਣਿਆ ਦੁੱਖ ਪਾਪ ਕਾ ਨਾਸ, ਦੁੱਖਾਂ ਪਾਪਾਂ ਦਾ ਪਰਮਾਤਮਾ ਦੇ ਨਾਮ ਨੂੰ ਸੁਣਨ ਕਰਕੇ ਕਿੰਨੇ ਪ੍ਰਤਾਪ ਨੇ। ਸੁਣਿਆ ਸਿੱਧ ਪੀਰ ਸੁਰਨਾਲ, ਸੁਣਿਆ ਧਰਤਿ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨ ਸਕੈ ਕਾਲ। ਕਾਲ ਨਹੀਂ ਪਾਉਂਦਾ ਹੈ ਜੋ ਪਰਮਾਤਮਾ ਦੇ ਨਾਮ ਨੂੰ ਸੁਣਦੇ ਨੇ, ਪ੍ਰਤੱਖ ਸੁਣਦੇ ਨੇ, ਅੰਤਰਗਤ ਸੁਣਦੇ ਨੇ, ਸੂਖਸ਼ਮ ਧੁਨੀ ਨਾਲ ਸੁਣਦੇ ਨੇ, ਸੁਰਤੀ ਨਾਲ ਸੁਣਦੇ ਨੇ, ਅਨਹਦ ਨਾਦ ਨੂੰ ਸੁਣਦੇ ਨੇ। ਹੋ ਨਹੀਂ ਸਕਦਾ ਕਾਲ, ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਸੁਣਿਆ। ਹੋ ਨਹੀਂ ਸਕਦਾ ਕਾਲ, ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਸੁਣਿਆ। ਸਕਦਾ ਕਾਲ, ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਸੁਣਿਆ। ਹੋ ਨਹੀਂ ਸਕਦਾ ਕਾਲ, ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਸੁਣਿਆ। ਹੋ ਨਹੀਂ ਸਕਦਾ ਕਾਲ, ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਸੁਣਿਆ। ਹੋ ਨਹੀਂ ਸਕਦਾ ਕਾਲ, ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਸੁਣਿਆ। ਹੋ ਨਹੀਂ ਸਕਦਾ ਕਾਲ, ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਸੁਣਿਆ। ਸੁਣਿਆ ਪੋਹੇ ਨ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਭਗਤਾਂ ਨੂੰ ਸਦਾ ਹੀ ਆਨੰਦ ਹੈ। ਦੁਨੀਆ ਵਿੱਚ ਕਿੱਥੇ ਕਿਸੇ ਨੂੰ ਵੀ ਰਾਜੇ ਮਹਾਰਾਜੇ ਚੱਕਰਵਰਤੀ ਹੋ ਜਾਣ, ਉਹਨਾਂ ਨੂੰ ਵੀ ਸਦਾ ਆਨੰਦ ਨਹੀਂ ਹੈ ਕਿਸੇ ਨੂੰ ਵੀ ਰਹਿੰਦਾ। ਬਲਕਿ ਗਮੀਆਂ, ਫਿਕਰ, ਚਿੰਤਾ। ਬੇਗਮਪੁਰਾ ਸ਼ਹਿਰ ਕੋਲੋਂ, ਜਿੱਥੇ ਕੋਈ ਗਮ ਨਹੀਂ, ਉਹ ਬੇਗਮਪੁਰੇ ਦੇ ਵਾਸੀ ਭਗਤ ਹੀ ਹੁੰਦੇ ਹਨ ਬਸ ਪਰਮਾਤਮਾ ਦੇ, ਇਹਨਾਂ ਨੂੰ ਸਦਾ ਆਨੰਦ ਖੇੜੇ ਵਿੱਚ ਰਹਿੰਦੇ ਨੇ। ਜਿਵੇਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਦੀ ਕਥਾ ਸੁਣਦੇ ਹਾਂ ਕਿ ਜੇਲ੍ਹ ਵਿੱਚ ਪੈ ਜਾਂਦੇ ਨੇ, ਲੋਹੇ ਦੇ ਪਿੰਜਰੇ 'ਚ ਪੈ ਗਏ ਨੇ, ਕਿੰਨੇ ਕਸ਼ਟ ਦੇ ਰਹੇ ਨੇ, ਪਰੰਤੂ ਉਹਨਾਂ ਦੇ ਆਨੰਦ ਵਿੱਚ ਫਰਕ ਨਹੀਂ ਹੈ, ਖੇੜੇ 'ਚ ਫਰਕ ਨਹੀਂ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਪਰਮਾਤਮਾ ਦੇ ਨਾਮ ਨੂੰ, ਪਰਮਾਤਮਾ ਦੇ ਜਸ ਨੂੰ, ਪਰਮਾਤਮਾ ਦੀ ਬਾਣੀ ਨੂੰ ਸੁਣ ਕੇ ਦੁੱਖਾਂ ਦਾ, ਪਾਪਾਂ ਦਾ ਨਾਸ ਹੁੰਦਾ ਹੈ। ਜਿਨ੍ਹਾਂ ਨੇ ਮੰਨਿਆ ਅਤੇ ਵਿਸ਼ਵਾਸ ਕਰਿਆ, ਸੁਣਿਆ ਮੰਨਿਆ ਮਨ ਕੀਤਾ ਭਾਉ।
ਸੁਣ ਕੇ ਮਨ 'ਚ ਵਸਾ ਲਿਆ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛਾ ਪਛਤਾਏ। ਸੁਣਿਆ ਮੰਨਿਆ ਤੇ ਮਨ ਕੇ ਕਮਾਲਿਆ, ਉਹਨਾਂ ਦਾ ਬੇੜੇ ਪਾਰ ਹੋਣਗੇ। ਸੁਣਿਆ ਮੰਨਿਆ ਤੇ ਮਨ ਕੇ ਕਮਾਲਿਆ, ਉਹਨਾਂ ਦੇ ਬੇੜੇ ਪਾਰ ਹੋਣਗੇ। ਸੁਣਿਆ ਮੰਨਿਆ ਤੇ ਮਨ ਕੇ ਕਮਾਲਿਆ, ਉਹਨਾਂ ਦੇ ਬੇੜੇ ਪਾਰ ਹੋਣਗੇ। ਸੁਣਿਆ ਮੰਨਿਆ ਤੇ ਮਨ ਕੇ ਕਮਾਲਿਆ, ਉਹਨਾਂ ਦੇ ਬੇੜੇ ਪਾਰ ਹੋਣਗੇ। ਸੁਣਿਆ ਮੰਨਿਆ ਤੇ ਮਨ ਕੇ ਕਮਾਲਿਆ, ਉਹਨਾਂ ਦੇ ਬੇੜੇ ਪਾਰ ਹੋਣਗੇ। ਸੁਣਿਆ ਮੰਨਿਆ ਤੇ ਮਨ ਕੇ ਕਮਾਲਿਆ, ਉਹਨਾਂ ਦੇ ਬੇੜੇ ਪਾਰ ਹੋ ਗਏ। ਸੁਣਿਆ ਮੰਨਿਆ ਤੇ ਮਨ ਕੇ ਕਮਾਲਿਆ, ਉਹਨਾਂ ਦੇ ਬੇੜੇ ਪਾਰ ਹੋਣਗੇ। ਸੁਣਿਆ ਮੰਨਿਆ ਤੇ ਮਨ ਕੇ ਕਮਾਲਿਆ, ਉਹਨਾਂ ਦੇ ਬੇੜੇ ਪਾਰ ਹੋ ਗਏ। ਤੀਰਥ ਤਪ ਦਇਆ ਦਤ ਦਾਨ, ਅੱਜ ਦੇ ਇਹ ਵਿਚਾਰ ਦੇ ਅੰਦਰ ਹੀ ਪੌੜੀ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਪਰਮਾਤਮਾ ਨਾਲ ਪ੍ਰੇਮ ਕੀਤਾ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਨ ਨਾਉ। ਇਸ਼ਨਾਨ ਹੋ ਗਏ ਇਹਨਾਂ ਦੇ, ਮਨ ਦੀਆਂ ਮੈਲਾਂ ਕੱਟੀਆਂ ਗਈਆਂ। ਸੁਣਿਆ ਮੰਨਿਆ ਤੇ ਮਨ ਕੇ ਕਮਾਲਿਆ, ਉਹਨਾਂ ਦੇ ਬੇੜੇ ਪਾਰ ਹੋ ਗਏ। ਸੁਣਿਆ ਮੰਨਿਆ ਤੇ ਮਨ ਕੇ ਕਮਾਲਿਆ, ਉਹਨਾਂ ਦੇ ਬੇੜੇ ਪਾਰ ਹੋ ਗਏ। ਸੁਣਿਆ ਮੰਨਿਆ ਤੇ ਮਨ ਕੇ ਕਮਾਲਿਆ, ਉਹਨਾਂ ਦੇ ਬੇੜੇ ਪਾਰ ਹੋਣਗੇ। ਸੁਣਿਆ ਮੰਨਿਆ ਤੇ ਮਨ ਕੇ ਕਮਾਲਿਆ, ਉਹਨਾਂ ਦੇ ਬੇੜੇ ਪਾਰ ਹੋ ਗਏ। ਸੁਣਿਆ ਮੰਨਿਆ ਤੇ ਪ੍ਰੇਮ ਕੀਤਾ ਮੰਨ ਕੇ, ਉਹਨਾਂ ਦੇ ਬੇੜੇ ਪਾਰ ਹੋਣਗੇ। ਸੁਣਿਆ ਮੰਨਿਆ ਤੇ ਪ੍ਰੇਮ ਕੀਤਾ ਮੰਨ ਕੇ, ਉਹਨਾਂ ਦੇ ਬੇੜੇ ਪਾਰ ਹੋਣਗੇ। ਸੁਣਿਆ ਮੰਨਿਆ ਤੇ ਪ੍ਰੇਮ ਕੀਤਾ ਮੰਨ ਕੇ, ਉਹਨਾਂ ਦੇ ਬੇੜੇ ਪਾਰ ਹੋਣਗੇ। ਸੁਣਿਆ ਮੰਨਿਆ ਤੇ ਮਨ ਕੀਤਾ ਮੰਨ ਕੇ, ਉਹਨਾਂ ਦੇ ਬੇੜੇ ਪਾਰ ਹੋਣਗੇ। ਸੁਣਿਆ ਮੰਨਿਆ ਤੇ ਪ੍ਰੇਮ ਕੀਤਾ ਮੰਨ ਕੇ, ਉਹਨਾਂ ਦੇ ਬੇੜੇ ਪਾਰ ਹੋ ਗਏ। ਸੁਣਿਆ ਮੰਨਿਆ ਤੇ ਪ੍ਰੇਮ ਕੀਤਾ ਮੰਨ ਕੇ, ਉਹਨਾਂ ਦੇ ਬੇੜੇ ਪਾਰ ਹੋ ਗਏ। ਸੁਣਿਆ ਮੰਨਿਆ ਤੇ ਪ੍ਰੇਮ ਕੀਤਾ ਮੰਨ ਕੇ, ਉਹਨਾਂ ਦੇ ਬੇੜੇ ਪਾਰ ਹੋ ਗਏ। ਸੁਣਿਆ ਮੰਨਿਆ ਤੇ ਪ੍ਰੇਮ ਕੀਤਾ ਮੰਨ ਕੇ, ਉਹਨਾਂ ਦੇ ਬੇੜੇ ਪਾਰ ਹੋ ਗਏ। ਵਾਹ 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 ਜੀ, ਉਹਨਾਂ ਦੇ ਬੇੜੇ ਪਾਰ ਹੋ ਗਏ। ਵਾਹ 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 ਵਾਹ, ਉਹਨਾਂ ਦੇ ਬੇੜੇ ਪਾਰ ਹੋ ਗਏ। ਵਾਹ 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 ਵਾਹ, ਉਹਨਾਂ ਦੇ ਬੇੜੇ ਪਾਰ ਹੋ ਗਏ। ਵਾਹ 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 ਵਾਹ, ਉਹਨਾਂ ਦੇ ਬੇੜੇ ਪਾਰ ਹੋ ਗਏ। ਬਾਣੀ ਕਹਿੰਦੀ ਉਹਨਾਂ ਦੇ ਬੇੜੇ ਪਾਰ ਹੋਣਗੇ। ਸਤਿਗੁਰ ਕਹਿੰਦੇ ਉਹਨਾਂ ਦੇ ਬੇੜੇ ਪਾਰ ਹੋਣਗੇ। ਬਾਣੀ ਕਹਿੰਦੀ ਉਹਨਾਂ ਦੇ ਬੇੜੇ ਪਾਰ ਹੋਣਗੇ। ਸਤਿਗੁਰ ਕਹਿੰਦੇ ਉਹਨਾਂ ਦੇ ਬੇੜੇ ਪਾਰ ਹੋਣਗੇ। ਸੁਣਿਆ ਮੰਨਿਆ ਤੇ ਪ੍ਰੇਮ ਕੀਤਾ ਮੰਨ ਕੇ, ਉਹਨਾਂ ਦੇ ਬੇੜੇ ਪਾਰ ਹੋਣਗੇ। ਸੁਣਿਆ ਮੰਨਿਆ ਤੇ ਪ੍ਰੇਮ ਕੀਤਾ ਮੰਨ ਕੇ, ਉਹਨਾਂ ਦੇ ਬੇੜੇ ਪਾਰ ਹੋਣਗੇ। ਸੁਣਿਆ ਮੰਨਿਆ ਤੇ ਪ੍ਰੇਮ ਕੀਤਾ ਮੰਨ ਕੇ, ਉਹਨਾਂ ਦੇ ਬੇੜੇ ਪਾਰ ਹੋਣਗੇ। ਸੁਣਿਆ ਮੰਨਿਆ ਤੇ ਪ੍ਰੇਮ ਕੀਤਾ ਮੰਨ ਕੇ, ਉਹਨਾਂ ਦੇ ਬੇੜੇ ਪਾਰ ਹੋਣਗੇ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਇ, ਵਿਨ ਗੁਣ ਕੀਤੇ ਭਗਤ ਨਾ ਹੋਏ। ਸੋ ਇਸ ਕਰਕੇ ਅੱਜ ਦੀ ਵਿਚਾਰ ਜਿਹੜੀ ਹੈ ਇੱਥੇ ਸਮਾਪਤ ਕਰਦੇ ਹਾਂ।
ਸ੍ਰਿਸ਼ਟੀ ਕਿਵੇਂ ਬਣੀ ਹੈ, ਇਹ ਸੰਸਾਰ, ਇਹ ਦੁਨੀਆ ਕੌਣ ਜਾਣਦਾ ਹੈ। ਇਹ ਸਾਰੇ ਸਵਾਲਾਂ ਦੇ ਜਵਾਬ ਸਤਿਗੁਰੂ ਜੀ ਨੇ ਇਹਨਾਂ ਪੌੜੀਆਂ ਵਿੱਚ ਦਿੱਤੇ ਨੇ। ਅੱਗੇ ਫਿਰ ਸ੍ਰਿਸ਼ਟੀ ਕਿੱਥੇ ਤੱਕ ਬਣੀ ਹੈ, ਕਿੰਨੀ ਕੁ ਹੈ, ਇਹ ਅਗਲੀਆਂ ਪੌੜੀਆਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨਗੇ, ਦੱਸਣਗੇ। ਸੋ ਇਸ ਕਰਕੇ ਅੱਜ ਦੀ ਜਿਹੜੀ ਵਿਚਾਰ ਆ ਇੱਥੇ ਸਮਾਪਤੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਮੁਆਫੀ ਬਖਸ਼ਿਸ਼ ਕਰਨ, ਕਿਉਂਕਿ ਬਾਣੀ ਬਹੁਤ ਅਗਾਧ ਬੋਧ ਹੈ। ਸਤਿਗੁਰੂ ਦੀਆਂ ਸਤਿਗੁਰੂ ਜਾਣਦੇ ਹਨ, ਅਕਾਲ ਪੁਰਖ ਬੇਅੰਤ ਹੈ, ਸਤਿਗੁਰੂ ਬੇਅੰਤ ਹਨ। ਸੋ ਅਸੀਂ ਵਿਚਾਰ ਕਰਕੇ ਸੇਧ ਲੈਣੀ ਹੈ ਆਪਣੇ ਜੀਵਨ ਦੇ ਵਿੱਚ। ਸੁਣਿਆ ਮੰਨਿਆ ਮਨ ਕੀਤਾ ਪਾਓ। ਸੁਣ ਕੇ ਵਿਸ਼ਵਾਸ ਕਰਕੇ ਮੰਨ ਕੇ ਪਰਮਾਤਮਾ ਨਾਲ ਪ੍ਰੇਮ ਕਰਨਾ ਹੈ, ਮੰਨਣਾ ਹੈ, ਨਾਮ ਜਪਣਾ ਹੈ। ਗੁਰੂ ਮਹਾਰਾਜ ਜੀ ਨਾਮ ਜਪਣਾ ਇਹ ਤੱਤ ਸਾਰ ਕੱਢ ਕੇ ਜਿਹੜੇ ਹਨ ਦੱਸ ਰਹੇ ਹਨ। ਰਜ਼ਾ ਦੇ ਅੰਦਰ ਲੈ ਆਉਣ ਦਾ ਜਿਹੜਾ ਹੈ ਹੁਕਮ ਕਰਦੇ ਨੇ ਮਹਾਰਾਜ ਜੀ ਵਾਹਿਗੁਰੂ ਜੀ ਦੇ ਭਾਣੇ ਦੇ ਅੰਦਰ। ਸੋ ਇਹ ਸਾਰੇ ਤੱਤ ਕੱਢ ਕੇ ਮਹਾਰਾਜ ਜੀ ਦੱਸ ਰਹੇ ਹਨ। ਦੁਨੀਆ ਦੇ ਸਾਰੇ ਸਵਾਲਾਂ ਦੇ ਜਵਾਬ ਜਿਹੜਾ ਗੁਰੂ ਮਹਾਰਾਜ ਜੀ ਸ੍ਰੀ ਜਪਜੀ ਸਾਹਿਬ ਜਿੰਨੀ ਗੋਹਜ ਬਾਣੀ ਹੈ, ਸਿੱਧ ਗੋਸ਼ਟ ਜਿਵੇਂ ਬੜੀ ਗੋਹਜ ਬਾਣੀ ਹੈ, ਵੈਸੇ ਤਾਂ ਸਾਰੀ ਬਾਣੀ ਬੜੀ ਅਪਰੰਪਾਰ ਹੈ, ਬੜੀ ਗੋਹਜ ਬਾਣੀ ਹੈ ਸਤਿਗੁਰੂ ਨਾਨਕ ਪਾਤਸ਼ਾਹ ਜੀਆਂ ਦੀ। ਦੁਨੀਆ ਦੇ ਵਿੱਚ ਇਹਨਾਂ ਸਵਾਲਾਂ ਦੇ ਜਵਾਬ ਕਿਸ ਨੇ ਦਿੱਤੇ ਨੇ? ਪਹਿਲਾਂ ਕਿਸੇ ਨੇ ਨਹੀਂ। ਇਹ ਸਤਿਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਪਰਮਾਤਮਾ ਬਾਰੇ, ਉਹ ਬ੍ਰਹਮ ਬਾਰੇ, ਅਕਾਲ ਪੁਰਖ ਬਾਰੇ। ਅਕਾਲ ਪੁਰਖ ਕਿਹੋ ਜਿਹਾ, ਸੱਚੀ ਉਪਦੇਸ਼, ਐਨ ਸੱਚੀ ਸਿਕਸ਼ਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿੱਤੀ ਹੈ। ਨਹੀਂ ਤਾਂ ਬਹੁਤਿਆਂ ਨੇ, ਕਈਆਂ ਦਾ ਕਿਹਾ ਹੋਇਆ ਝੂਠ ਨਿਕਲ ਗਿਆ, ਕਈ ਗ੍ਰੰਥਾਂ 'ਚ ਲਿਖਿਆ ਝੂਠ ਨਿਕਲ ਗਿਆ ਅਤੇ ਕੋਈ ਬਦਲ ਗਿਆ। ਪਰੰਤੂ ਸਤਿਗੁਰਾਂ ਦੇ ਵਚਨ ਜਿਹੜੇ ਹਨ ਉਹ ਬਦਲਣ ਵਾਲੇ ਨਹੀਂ। ਇਹ ਸੱਚ ਹੈ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ। ਸੋ ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਮੁਆਫੀ ਬਖਸ਼ਿਸ਼ ਕਰਨ, ਕਿਰਪਾ ਕਰਨ ਸਾਡੇ ਸਾਰਿਆਂ ਦੇ ਉੱਤੇ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ, ਸਿੱਖੀ ਸਿੱਖ ਭਰੋਸਾ ਨਾਮ ਦਾਨ ਦੇਣ, ਕਲਯੁਗ ਦੇ ਭਿਆਨਕ ਸਮੇਂ ਤੋਂ ਬਚਾ ਕੇ ਆਪਣੀ ਚਰਨ ਸ਼ਰਨ ਪ੍ਰਦਾਨ ਕਰਨ, ਭੁੱਲਾਂ ਚੁੱਕਣ ਦੀ ਮੁਆਫੀ ਬਖਸ਼ਿਸ਼ ਕਰਨ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ। ਹੇ ਅਚੁਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਦਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨੇ ਧਾਰਾ ਆਧਾਰ, ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।